ਹੈਲੋ ਐਂਡ ਵੈਲਕਮ। ਮੈਂ ਹਾਂ ਹਰਜੋਤ ਕੌਰ। ਅੱਜ ਆਪਾਂ ਗੱਲ ਯੂਕੇ ਦੀ ਤਾਂ ਕਰਨ ਜਾ ਰਹੇ ਹਾਂ, ਪਰ ਯੂਕੇ ਨੂੰ ਲੈ ਕੇ ਬੜੀ ਇੱਕ ਸੈਡ ਨਿਊਜ਼ ਹੈ ਜੋ ਆਪਾਂ ਤੁਹਾਡੇ ਨਾਲ ਡਿਸਕਸ ਕਰਨੀ ਹੈ। ਅੱਜ ਸੈਡ ਨਿਊਜ਼ ਇਹੀ ਹੈ ਕਿ ਆਖਿਰ ਕਿਉਂ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਸਾਡੇ ਕੋਲ ਸਵਾਲ ਵੀ ਆ ਰਹੇ ਨੇ ਕਿ ਕੈਸ ਲੈਟਰ ਜੋ ਹੈ ਉਹ ਫਸੇ ਹੋਏ ਨੇ। ਕਿਹੜੇ ਰੀਜ਼ਨਸ ਨੇ, ਕਿਉਂ ਆਖਿਰ ਕੈਸ ਲੈਟਰ ਡਿਲੇ ਚੱਲ ਰਹੇ ਨੇ, ਕਿਹੜੀਆਂ ਗਲਤੀਆਂ ਨੇ ਜੋ ਸਟੂਡੈਂਟਸ ਨਾ ਕਰਨ ਜੇ ਉਹ ਟਾਈਮਲੀ ਆਪਣੀ ਕੈਸ ਲੈਟਰ ਚਾਹੁੰਦੇ ਨੇ। ਸੋ ਇਹਨਾਂ ਸਾਰੀਆਂ ਗੱਲਾਂ ਦੇ ਉੱਪਰ ਪੂਰੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਣਗੇ ਫਰੰਟੀਅਰ ਇਮੀਗ੍ਰੇਸ਼ਨਸ ਤੋਂ ਅਬਰੋਡ ਐਜੂਕੇਸ਼ਨ ਐਡਵਾਈਜ਼ਰ कीर्ति जैन साडे नाल ने। बहुत बहुत स्वागत है कीर्ति। सत श्री अकाल जी। सो कीर्ति, मैं जरूर इत्थे डिस्कस शुरुआत विच ही करना चाहूँगी। बहुत सारे स्टूडेंट्स लगातार ये सवाल साडे तक भेज रहे हैं कि आखिर क्यों कैस लैटर फसे हुए ने, किस तरह के आपां स्टूडेंट्स की प्रोफाइल समझ सकते हैं जिन्हां दे कैस लैटर डिले दी या इस तरह की कुछ प्रॉब्लम्स दी उन्हां नूं प्रॉब्लम आ रही है और इस तरह की खबरां भी सामने आ रही ने। जी बिल्कुल। जे असीं कैश की गल करते हैं कि बच्चे दे बहुतां दे कैश आए नहीं है, रिजैक्ट हो गए, तो वो सब तो पहला रीजन जिहड़ा आंदा है एलिजिबिलिटी का आंदा है। हर कैश की अपनी रिक्वायरमेंट है। कंडीशनस की जे आपां गल करते हैं कि आयल्स विच उन्हां यूनिवर्सिटी ने किन्ने बैंड मंगे सी या पीटी विच स्कोर किन्ना मंगया सी। जे बच्चा ऑफर लैटर तो लै लैंदा क्योंकि ऑफर लैटर अपना कंडीशनल आंदा, बट उसकी कंडीशन फुलफिल नहीं करता एकेडैमिक्स नूं लैके, तां भी अपना कैश जिहड़ा रिजैक्ट हो जाता है। उस तो इलावा डेडलाइनस, कैश की डेडलाइनस हुंदी है हर यूनिवर्सिटी की। जे हुणे तो भी तुहानूं सैप्टेंबर इनटेक ਦਾ ਆਫਰ ਲੈਟਰ ਆ ਰਿਹਾ, ਬਟ ਉਹਦੀ ਵੀ ਇੱਕ ਪਾਰਟਿਕੂਲਰ ਡੈਡਲਾਈਨ ਹੋਏਗੀ ਕਿ ਤੁਸੀਂ ਕਦੋਂ ਤੱਕ ਆਪਣੀ ਕੈਸ਼ ਦੀ ਜਿਹੜੀ ਡਾਕੂਮੈਂਟੇਸ਼ਨ ਹੈ ਉਹ ਸਬਮਿਟ ਕਰਵਾਉਣੀ ਹੈ। ਜੇ ਤੁਸੀਂ ਡੈਡਲਾਈਨ ਤੋਂ ਪਹਿਲਾਂ ਡਾਕੂਮੈਂਟ ਨਹੀਂ ਸਬਮਿਟ ਕਰਵਾਉਂਦੇ ਜਾਂ ਪੂਰੇ ਟਾਈਮ ਤੇ ਕਰਵਾਉਂਦੇ ਹੋ ਤਾਂ ਵੀ ਤੁਹਾਡਾ ਕੈਸ਼ ਜਿਹੜਾ ਰਿਜੈਕਟ ਹੋ ਸਕਦਾ ਹੈ। ਕਿਉਂਕਿ ਮੈਂ ਹਮੇਸ਼ਾ ਇੱਕ ਗੱਲ ਕਹਿੰਦੀ ਹੈ, ਜੇ ਯੂਨੀਵਰਸਿਟੀ ਨੂੰ 100 ਬੱਚੇ ਦੀ ਰਿਕੁਆਇਰਮੈਂਟ ਹੈ ਤੇ ਉਹ 400 ਦੀ ਐਪਲੀਕੇਸ਼ਨ ਐਕਸੈਪਟ ਕਰਦਾ ਹੈ, ਕਿਉਂਕਿ ਸਾਨੂੰ ਨਹੀਂ ਪਤਾ ਕਿ 400 ਬੱਚੇ ਨਹੀਂ ਜਾਣਾ ਹੈ ਜਾਂ ਉਹਦੇ ਵਿੱਚ ਕੁਝ ਬਹੁਤ ਸਾਰੇ ਆਪਸ਼ਨਸ ਲੈ ਕੇ ਚੱਲਦੇ ਆ ਕਿ ਕਿਹਨਾਂ ਨੇ ਐਂਡ ਵਿੱਚ ਰਿਜੈਕਟ ਕਰ ਦੇਣਾ ਹੈ ਜਾਂ ਹੋਰ ਆਪਸ਼ਨ ਲੱਭ ਲੈਣੇ ਆ। ਤੇ ਐਦਾਂ ਹੀ ਆਪਣਾ ਜਿਹੜਾ ਕੈਸ਼ ਹੈ ਉਹਦੀ ਡੈਡਲਾਈਨ ਤੇ ਪੂਰੇ ਟਾਈਮ ਤੇ ਵੀ ਜੇ ਤੁਸੀਂ ਡਾਕੂਮੈਂਟੇਸ਼ਨ ਸਬਮਿਟ ਕਰਦੇ ਹੋ ਤਾਂ ਵੀ ਤੁਹਾਡਾ ਕੈਸ਼ ਹੈ ਰਿਜੈਕਟ ਹੋ ਸਕਦਾ ਹੈ। ਇਸ ਤੋਂ ਇਲਾਵਾ ਕੈਸ਼ ਲਈ ਸਾਨੂੰ 28 ਡੇਜ਼ 올ਡ ਫੰਡਸ ਚਾਹੀਦੇ ਹੁੰਦੇ ਆ। ਹੋ ਸਕਦਾ ਹੈ ਕਿ ਤੁਸੀਂ ਜਿਹੜੇ ਫੰਡ ਪ੍ਰੋਵਾਈਡ ਕੀਤੇ ਹੈ ਉਹ ਇੱਕ ਦਿਨ ਵਿੱਚ ਘੱਟ ਹੁੰਦੇ ਆ ਤੇ ਉਹ ਕਲੌਜ਼ ਵਿੱਚ ਨਹੀਂ ਆਉਂਦੇ 28 ਡੇਜ਼ ਦੇ, ਤੇ ਇਹ ਵੀ ਇੱਕ ਰੀਜ਼ਨ ਹੋ ਸਕਦਾ ਹੈ। ਨਾਲੇ ਮੇ ਵੀ ਤੁਹਾਨੂੰ ਇਹ ਪਤਾ ਹੀ ਨਾ ਹੋਵੇ ਕਿ ਜਿਹੜੇ ਫੰਡ ਸ਼ੋਅ ਕਰਨੇ ਉਹ ਕਿਹਦੇ ਨਾਮ ਤੇ ਕਰਨੇ ਆ, ਉਹਦੇ ਵਿੱਚ ਕੀ ਚੀਜ਼ਾਂ ਆਪਾਂ ਵੇਖਣੀਆਂ, ਤੇ ਇਹ ਸਾਰੇ ਕੁਛ ਨਾ ਕੁਛ ਛੋਟੇ ਰੀਜ਼ਨਸ ਹੈ, ਬਟ ਇਹ ਤੁਹਾਡਾ ਵੱਡਾ ਰੀਜ਼ਨ ਬਣ ਸਕਦਾ ਹੈ ਕੈਸ਼ ਰਿਜੈਕਸ਼ਨ ਦੇ। ਜਾਂ ਤੁਸੀਂ ਟਿਊਸ਼ਨ ਫੀਸ ਦੀ ਜਿਹੜੀ 70% ਪੇ ਕਰਨੀ ਸੀ ਜਾਂ ਪਾਰਟਿਕੂਲਰ ਇੱਕ ਅਮਾਊਂਟ ਹੈ ਜਿਹੜੀ ਪੇ ਕਰਨੀ ਸੀ ਉਹ ਵੀ ਘੱਟ ਕੀਤੀ ਹੋਵੇ ਤਾਂ ਵੀ ਤੁਹਾਡਾ ਕੈਸ਼ ਰਿਜੈਕਟ ਹੋ ਸਕਦਾ ਹੈ। ਜੀ ਬਿਲਕੁਲ। ਸੋ ਬਹੁਤ ਸਾਰੇ ਰੀਜ਼ਨਸ ਨੇ ਜਿਵੇਂ ਕਿ ਕੀਰਤੀ ਨੇ ਦੱਸਿਆ। ਸੋ ਤੁਸੀਂ ਇਹਨਾਂ ਸਾਰੀ ਚੀਜ਼ਾਂ ਤੋਂ ਅਵੇਅਰ ਰਹਿਣਾ, ਇਸ ਲਈ ਅਸੀਂ ਖਾਸ ਤੌਰ ਤੇ ਇਹ ਵੀਡੀਓ ਵਿੱਚ ਉਹੀ ਗੱਲਾਂ ਡਿਸਕਸ ਕਰ ਰਹੇ ਹਾਂ ਕਿ ਤੁਸੀਂ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਤਾਂ ਕਿ ਕੈਸ਼ ਲੈਟਰ ਤੁਹਾਡੀ ਡਿਲੇ ਜਾਂ ਰਿਜੈਕਟ ਨਾ ਹੋਵੇ। ਸੋ ਕੀਰਤੀ, ਇੱਕ ਹੋਰ ਸਵਾਲ ਜਿਹੜਾ ਸਟੂਡੈਂਟਸ ਦਾ ਹੁਣ ਹੈ ਮਈ ਇਨਟੇਕ ਔਰ ਸੈਪਟੰਬਰ ਇਨਟੇਕ ਦੀ ਜਦ ਅਸੀਂ ਗੱਲ ਕਰ ਰਹੇ ਹਾਂ, ਸਟੂਡੈਂਟਸ ਕਹਿੰਦੇ ਨੇ ਕਿ ਵਿਦਆਊਟ ਇੰਟਰਵਿਊ ਅਗਰ ਅਸੀਂ ਐਡਮਿਸ਼ਨ ਚਾਹੁੰਦੇ ਹਾਂ ਤਾਂ ਕੀ ਅਜਿਹੀਆਂ ਯੂਨੀਵਰਸਿਟੀਜ਼ ਅਵੇਲੇਬਲ ਨੇ ਜਿੱਥੇ ਉਹ ਵਿਦਆਊਟ ਇੰਟਰਵਿਊ ਅਪਲਾਈ ਕਰਨ? ਜੀ ਬਿਲਕੁਲ। ਬਹੁਤ ਸਾਰੀ ਯੂਨੀਵਰਸਿਟੀਜ਼ ਹੈ ਜਿਹੜੀ ਵਿਦਆਊਟ ਇੰਟਰਵਿਊ ਤੁਹਾਨੂੰ ਅਨਕੰਡੀਸ਼ਨਲ ਆਫਰ ਲੈਟਰ ਦਿੰਦੀਆਂ। ਉਹਦੇ ਵਿੱਚ ਕੋਈ ਵੀ ਰਿਕੁਆਇਰਮੈਂਟ ਤੁਹਾਡੀ ਇੰਟਰਵਿਊ ਦੀ ਨਹੀਂ ਆਉਂਦੀ, ਬਟ ਯੈਸ ਉਹਦੇ ਲਈ ਤੁਹਾਡੇ ਐਕੈਡੈਮਿਕ ਸਕੋਰ ਹੈ ਵਧੀਆ ਹੋਣਾ ਚਾਹੀਦਾ ਹੈ, ਤੁਹਾਡੇ +2 ਵਿੱਚ ਇੰਗਲਿਸ਼ ਵਿੱਚ ਮਾਰਕਸ ਵਧੀਆ ਹੋਣੇ ਚਾਹੀਦੇ ਹੈ, ਤੁਹਾਡਾ ਆਇਲਸ ਤੇ ਪੀਟੀ ਸਕੋਰ ਵਧੀਆ ਹੋਣਾ ਚਾਹੀਦਾ ਹੈ। ਤੇ ਜੇ ਤੁਹਾਡੇ ਉਹ ਸਕੋਰ ਵਧੀਆ, ਐਕੈਡੈਮਿਕਸ ਵਧੀਆ ਹੈ ਤੇ ਵਿਦਆਊਟ ਇੰਟਰਵਿਊ ਤੁਸੀਂ ਯੂਨੀਵਰਸਿਟੀ ਵਿੱਚ ਐਡਮਿਸ਼ਨ ਲੈ ਕੇ ਆਪਣਾ ਕੈਸ਼ ਸਿਕਿਉਰ ਕਰ ਸਕਦੇ। ਟਰੈਵਲ ਜੇ ਆਪਾਂ ਵੀਜ਼ਾ ਦੀ ਗੱਲ ਕਰਦੇ ਹਾਂ, ਵੀਜ਼ਾ ਲੈ ਸਕਦੇ ਹੋ। ਠੀਕ ਹੈ ਬਿਲਕੁਲ। ਤੇ ਕੀਰਤੀ, ਇੱਥੇ ਅਗਰ ਆਪਾਂ ਪਹਿਲਾਂ ਆਪਾਂ ਕੈਸ਼ ਲੈਟਰ ਡਿਲੇ ਦੀ ਤਾਂ ਗੱਲ ਕਰ ਹੀ ਰਹੇ ਹਾਂ। ਸੋ ਮੈਂ ਇੱਥੇ ਇਹ ਜਾਣਨਾ ਚਾਹੂੰਗੀ ਕਿ ਜਦੋਂ ਆਪਾਂ ਪਹਿਲਾਂ ਮਈ ਇਨਟੇਕ ਦੀ ਅਗਰ ਗੱਲ ਕਰੀਏ ਤਾਂ ਹੁਣ ਐਟ ਪ੍ਰੈਜ਼ੈਂਟ ਜਿਹੜੇ ਸਟੂਡੈਂਟਸ ਅਪਲਾਈ ਕਰ ਰਹੇ ਨੇ ਕਿੰਨੇ ਕੁ ਦਿਨਾਂ ਵਿੱਚ ਉਹਨਾਂ ਦੀ ਆਫਰ ਲੈਟਰ ਆ ਰਹੀ ਹੈ, ਕਿੰਨੇ ਕੁ ਦਿਨਾਂ ਵਿੱਚ ਕੈਸ਼ ਲੈਟਰ ਦਾ ਪ੍ਰੋਸੈਸ ਸਹੀ ਢੰਗ ਨਾਲ ਪੂਰਾ ਕੀਤਾ ਜਾ ਰਿਹਾ ਹੈ? ਜੇ ਅਸੀਂ ਮਈ ਇਨਟੇਕ ਦੀ ਗੱਲ ਕਰਦੇ ਤਾਂ 99% ਯੂਨੀਵਰਸਿਟੀਜ਼ ਮਈ ਇਨਟੇਕ ਲਈ ਫਿਲ ਹੋ ਚੁੱਕੀਆਂ ਨੇ। ਬਸ ਇੱਕ ਅੱਧੀ ਤੁਸੀਂ ਕਹਿ ਲਓ ਯੂਨੀਵਰਸਿਟੀ ਉਹ ਵੀ ਐਕਸੈਪਟ ਕਿਉਂ ਕਰ ਰਹੀ ਕਿਉਂਕਿ ਬਹੁਤ ਬੱਚੇ ਨੇ ਜਿਹੜੇ 3 ਤੋਂ 4 ਆਪਸ਼ਨਸ ਆਪਣੇ ਲਈ ਲੈ ਕੇ ਚੱਲਦੇ ਆ, ਬਟ ਐਟ ਦੈਨ ਇੱਕ ਵਿੱਚ ਹੀ ਪ੍ਰੋਸੀਡ ਕਰਦੇ ਤੇ ਉਹ ਸੀਟਸ ਜਿਹੜੀਆਂ ਵੇਕੈਂਟ ਹੋ ਜਾਂਦੀਆਂ। ਬਟ ਹੁਣ ਜੇ ਤੁਸੀਂ ਮਈ ਜਾਂ ਇਨਫੈਕਟ ਅਪ੍ਰੈਲ ਇਨਟੇਕ ਲਈ ਵੀ ਅਪਲਾਈ ਕਰਨਾ ਚਾਹੁੰਦੇ ਹੋ, ਤੁਹਾਡੀ ਐਕੈਡੈਮਿਕ ਪ੍ਰੋਫਾਈਲ ਵਧੀਆ ਹੈ, ਤੁਹਾਡੇ ਕੋਲ ਡਾਕੂਮੈਂਟ ਰੈਡੀ ਹੈ, ਤੁਹਾਨੂੰ ਪਤਾ ਹੈ ਕਿ ਮੇਰੇ ਅੱਗੇ ਮੈਨੂੰ ਟਿਊਸ਼ਨ ਫੀਸ ਭਰਨੀ ਪੈ ਸਕਦੀ ਹੈ ਇੱਕਦਮ ਤੋਂ ਜਾਂ ਕੈਸ਼ ਲਈ ਫੰਡ ਸ਼ੋਅ ਕਰਨੇ ਪੈ ਸਕਦੇ ਹੈ, ਜੇ ਤੁਹਾਡਾ ਸਭ ਕੁਝ ਰੈਡੀ ਹੈ ਤੇ ਤੁਸੀਂ ਇੱਕ ਦਿਨ ਵੀ ਆਪਣਾ ਵੇਸਟ ਨਾ ਕਰੋ, ਹੁਣੇ ਹੀ ਮਈ ਇਨਟੇਕ ਲਈ ਅਪਲਾਈ ਕਰੋ। ਅਦਰਵਾਈਜ਼ ਤੁਹਾਡੇ ਲਈ ਇੱਕ ਹੀ ਆਪਸ਼ਨ ਰਹਿ ਜਾਂਦਾ ਹੈ, ਦੈਟ ਇਜ਼ ਸੈਪਟੰਬਰ ਇਨਟੇਕ। ठीक है। तो कुछ गल्लां इस तरह दी भी कीर्ति सामने आ रही कि आने वाले टाइम में जो यूके है थोड़ा स्ट्रिक्ट हो सकता है, तो बड़ी नैगेटिविटी इस तरह की भी असी फैली देख रहे हैं। तो इस पिछे कितनी कुछ सच्चाई नज़र आ रही है कि आने वाला टाइम की जिमें पहला सी कि बहुत वधिया सक्सैस रेट रहा यूके का उवें ही चलेगा या फिर आने वाले टाइम में थोड़ी स्ट्रिक्टनेस नज़र आएगी?
ਦੇਖੋ ਜੇ ਅਸੀਂ ਸਕਸੈਸ ਰੇਟ ਦੀ ਗੱਲ ਕਰਦੇ ਹਾਂ, ਨੋ ਡਾਊਟ ਯੂਕੇ ਦਾ ਸਕਸੈਸ ਰੇਟ ਹਮੇਸ਼ਾ ਹੀ ਵਧੀਆ ਰਿਹਾ ਜੇ ਆਪਾਂ ਕੰਪੇਅਰ ਵੀ ਕਰਦੇ ਹਾਂ ਇਹਨੂੰ ਕੈਨੇਡਾ, ਆਸਟ੍ਰੇਲੀਆ, US ਕਿਸੇ ਵੀ ਕੰਟਰੀ ਤੋਂ। ਬਟ ਯੈਸ ਹੁਣ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਯੂਕੇ ਵਿੱਚ, ਕਿਉਂਕਿ ਜੇ ਆਪਾਂ ਲਾਸਟ ਈਅਰ ਦੀ ਗੱਲ ਕਰਦੇ ਹਾਂ ਸਕਸੈਸ ਰੇਟ ਦੀ, ਤੇ ਕੈਨੇਡਾ ਐਂਡ ਆਸਟ੍ਰੇਲੀਆ ਨੇ ਬਹੁਤ ਬੱਚੇ ਦੇ ਵੀਜ਼ਾ ਰਿਜੈਕਟ ਕੀਤੇ ਹੈ, ਤੇ ਹੁਣ ਉਹ ਬੱਚੇ ਵੀ ਕਿਤੇ ਨਾ ਕਿਤੇ ਯੂਕੇ ਦੀ ਤਰਫ ਜਾਣ ਲੱਗੇ ਹੈ, ਕਿਉਂਕਿ ਯੂਕੇ ਦਾ ਪ੍ਰੋਸੈਸ ਕਿਤੇ ਨਾ ਕਿਤੇ ਟਰਾਂਸਪੇਰੈਂਟ ਹੈ, ਸਮੂਥ ਹੈ, ਤੇ ਨਾਲੇ ਵੀਜ਼ਾ ਸਕਸੈਸ ਰੇਟ ਬਹੁਤ ਹੀ ਵਧੀਆ ਹੈ। ਤੇ ਜਿੰਨੀ ਵੀ ਐਪਲੀਕੇਸ਼ਨ ਪਹਿਲਾਂ ਕੈਨੇਡਾ, ਆਸਟ੍ਰੇਲੀਆ ਜਾਂਦੀ ਸੀ, ਹੁਣ ਉਹਦਾ ਡਬਲ ਰੇਸ਼ੋ ਤੁਸੀਂ ਕਹਿ ਲਓ ਕਿ ਯੂਕੇ ਦੀ ਤਰਫ ਜਾ ਰਿਹਾ ਹੈ, ਜਿਹਦੇ ਕਰਕੇ ਐਪਲੀਕੇਸ਼ਨ ਰਸ਼ ਹੋਣ ਕਰਕੇ ਕਿਤੇ ਨਾ ਕਿਤੇ ਨੋ ਡਾਊਟ ਹੁਣ 2023 ਦੇ ਵਿੱਚ ਯੂਕੇ ਨੇ ਸਟ੍ਰਿਕਟ ਹੋ ਜਾਣਾ ਹੈ, ਕਿਉਂਕਿ ਬਹੁਤ ਬੱਚੇ ਨੇ ਐਪਲੀਕੇਸ਼ਨ ਤਾਂ ਲਾ ਲੈਂਦੇ ਆ ਬਟ ਉਹਨਾਂ ਨੂੰ ਆਪਣੀ ਰਿਕੁਆਇਰਮੈਂਟਸ ਹੀ ਨਹੀਂ ਕੰਪਲੀਟ ਹੁੰਦੀ, ਜਿਹਦੇ ਕਰਕੇ ਉਹਨਾਂ ਤੇ ਟਾਈਮ ਵੇਸਟ ਕਰਨ ਦੇ ਬਜਾਏ ਜੇ ਯੂਨੀਵਰਸਿਟੀ ਇੱਕ ਕਰੀਮ ਸਟੂਡੈਂਟ ਨੂੰ, ਜੇ ਆਪਾਂ ਸਕਾਲਰ ਸਟੂਡੈਂਟ ਦੀ ਗੱਲ ਕਰਦੇ ਉਹਨੂੰ ਐਡਮਿਸ਼ਨ ਦਿੰਦਾ ਤੇ ਸ਼ਾਇਦ ਉਹਦਾ ਫਿਊਚਰ ਵੀ ਬਣ ਜਾਂਦਾ, ਨਾਲੇ ਉਹਨਾਂ ਦਾ ਵੀ ਜਿਹੜਾ ਟਾਈਮ ਯੂਟਿਲਾਈਜ਼ ਹੋਇਆ ਇੱਕ ਬੱਚੇ ਤੇ ਉਹ ਕੰਪਲੀਟ ਹੋ ਜਾਂਦਾ। ਤੇ ਇਸ ਤਰ੍ਹਾਂ ਤੇ ਆਪਾਂ ਕਹਿ ਸਕਦੇ ਹਾਂ, ਤਾਂ ਕਰਕੇ ਯੂਨੀਵਰਸਿਟੀਜ਼ ਜਿਹੜੀ ਨੇ ਯੂਕੇ ਇਮੀਗ੍ਰੇਸ਼ਨ ਦੀ ਮੈਂ ਗੱਲ ਕਰਦੀ ਸਟ੍ਰਿਕਟ ਹੋਣ ਵਾਲਾ ਹੈ। ਬਟ ਜੇ ਤੁਸੀਂ ਅਵੇਅਰ ਹੋ ਆਪਣੇ ਪ੍ਰੋਸੈਸ ਦੇ ਲਈ, ਤੁਹਾਨੂੰ ਪਤਾ ਹੈ ਕਿ ਤੁਹਾਡੀ ਐਲੀਜੀਬਿਲਿਟੀ ਕਿੱਥੇ ਬਣਦੀ ਹੈ, ਤੁਸੀਂ ਕਿੱਥੇ ਅਪਲਾਈ ਕੀਤਾ ਹੈ ਤੇ ਕਿੰਨੀ ਰਿਕੁਆਇਰਮੈਂਟ ਤੁਹਾਡੇ ਕੋਲ ਆਲਰੇਡੀ ਅਵੇਲੇਬਲ ਹੋਣੀ ਚਾਹੀਦੀ ਹੈ, ਤੇ ਯੂਕੇ ਦੇ ਵੀਜ਼ਾ ਲਈ ਤੁਹਾਨੂੰ ਬਿਲਕੁਲ ਵੀ ਪ੍ਰੋਬਲਮ ਨਹੀਂ ਆਣੀ। ਅੱਜ ਵੀ ਯੂਕੇ ਦਾ ਜਿਹੜਾ ਸਕਸੈਸ ਰੇਟ ਹੈ ਉਹ ਬਾਕੀ ਕੰਟਰੀਜ਼ ਤੋਂ ਓਨਾ ਹੀ ਵਧੀਆ ਹੈ ਜਿੰਨਾ ਪਹਿਲਾਂ ਚੱਲਦਾ ਸੀ। ਜੀ ਜੀ ਬਿਲਕੁਲ। ਸੋ ਸਟੂਡੈਂਟਸ ਨੂੰ ਜ਼ਰੂਰ ਕਹਿਣਾ ਚਾਹਾਂਗੀ, ਤੁਹਾਡਾ ਆਪਣਾ ਕੋਈ ਸਵਾਲ ਹੋਵੇ ਪ੍ਰੋਫਾਈਲ ਨੂੰ ਲੈ ਕੇ, ਤੁਸੀਂ ਅਪਲਾਈ ਕਰਨ ਬਾਰੇ ਸੋਚ ਰਹੇ ਹੋ, ਸਹੀ ਰਸਤਾ ਨਜ਼ਰ ਨਹੀਂ ਆ ਰਿਹਾ, ਤਾਂ ਜ਼ਰੂਰ ਵਧੀਆ ਗਾਈਡੈਂਸ ਦੇ ਲਈ ਤੁਸੀਂ ਦਿੱਤੇ ਨੰਬਰ ਦੇ ਉੱਪਰ ਕਾਲ ਕਰ ਸਕਦੇ ਹੋ। ਸੋ ਬਹੁਤ ਬਹੁਤ ਥੈਂਕਸ ਕੀਰਤੀ ਕਿ ਤੁਸੀਂ ਅੱਜ ਯੂਕੇ ਨੂੰ ਲੈ ਕੇ ਕਾਫੀ ਚੀਜ਼ਾਂ ਕਲੀਅਰ ਕੀਤੀਆਂ ਨੇ, ਤੇ ਸਟੂਡੈਂਟਸ ਨੂੰ ਜ਼ਰੂਰ ਕਹਿਣਾ ਚਾਹਾਂਗੇ ਅੱਜ ਦੀ ਵੀਡੀਓ ਚੰਗੀ ਲੱਗੀ, ਇਨਫੋਰਮੇਟਿਵ ਲੱਗੀ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ। ਅੱਗੋਂ ਵੀ ਤੁਹਾਡੇ ਲਈ ਇਸੇ ਤਰੀਕੇ ਨਾਲ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ। ਟਿਲ ਦੈਨ ਯੂ ਟੇਕ ਕੇਅਰ ਆਫ ਯੋਰਸੈਲਫ, ਬਾਏ ਬਾਏ। ਥੈਂਕ ਯੂ।